एग्रीगेटर लाइसेंस ਜਿਹੜਾ ਲੈਂਦਾ ਹੈ ਉਹ ਐਗਰੀਗੇਟਰ ਪਾਲਿਸੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀ ਗੱਡੀ ਅਟੈਚ ਹੋਊਗੀ ਉਹਦੇ ਡਰਾਈਵਰ ਦਾ ਫਸਟ ਕਿਲੋਮੀਟਰ ਤੋਂ ਹੀ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਔਰ 10 ਲੱਖ ਦਾ ਟਰਮ ਇੰਸ਼ੋਰੈਂਸ ਹੋਏਗਾ। ਉਹ ਇਹ ਕਰਾ ਹੀ ਨਹੀਂ ਰਹੇ। ਤੇ 15 ਤਰੀਕ ਨੂੰ ਚੱਕਾ ਜਾਮ ਜ਼ਰੂਰ ਅਸੀਂ ਖੋਲ ਦੇਵਾਂਗੇ, ਪਰ ਭੁੱਖ ਹੜਤਾਲ ਤੋਂ ਅਸੀਂ ਦੋਨੇ ਜਣੇ ਨਹੀਂ ਉੱਠਾਂਗੇ ਜੀ। ਸਮਰਥਨ ਕਿੰਨਾ ਕੁ ਮਿਲ ਰਿਹਾ? ਸਮਰਥਨ ਫੁੱਲ ਸਮਰਥਨ ਹੈ ਜੀ। ਇਹ ਤਾਂ ਜੀ ਅਦਰ ਸਟੇਟ ਚੋਂ ਵੀ ਮਿਲ ਰਿਹਾ ਹੁੰਦਾ, ਦਿੱਲੀ ਤੋਂ ਵੀ ਸਾਨੂੰ ਕਾਲ ਆ ਰਿਹਾ। अगर ये साडियां नहीं डिमांडां मन्नियां गईयां, मेरे हिसाब नाल कि ऑल इंडिया च भी चक्का जाम हो सकदा है। ਇਹ ਉਹਨਾਂ ਨੂੰ ਲੈਟਰ ਭੇਜ ਰਹੇ ਹੈ ਕਿ ਤੁਸੀਂ ਆਓ ਇਹਨਾਂ ਨਾਲ ਮੀਟਿੰਗ ਕਰੋ, ਉਹ ਲੈਟਰ ਵੀ ਵਾਪਸ ਭੇਜਦੇ, ਰਿਸੀਵ ਹੀ ਨਹੀਂ ਕਰ ਰਹੇ। ਤੇ ਸਾਨੂੰ ਕੰਪਨੀ ਦਾ ਫੋਨ ਨਹੀਂ ਆ ਰਿਹਾ, ਸਮ ਕੇ ਪ੍ਰਸ਼ਾਸਨ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਕਿ ਤੁਸੀਂ ਉੱਠੋ ਇੱਥੋਂ। 2018 ਦੇ ਵਿੱਚ ਲਾਇਸੈਂਸ ਲਿਆ ਸੀਗਾ ਐਗਰੀਗੇਟਰ ਲਾਇਸੈਂਸ ਓਲਾ ਔਰ ਉਬਰ ਨੇ। ਜਿਹਨੂੰ ਨਹੀਂ ਹੈ ਉਹ ਹੈਗੀ ਐਨ ਡਰਾਈਵਰ, ਆਪਣੀ ਕੈਬ, ਪੇਰੂ, ਮਾਈਨ, ਫੀਗੋ, ਬਲਾਬਲਾ। ठीक है जी, इन्हों किसी ਨੂੰ भी कोई लाइसेंस नहीं है। बलाबला तो सारा तो इलावा बाकी सारा को GST नंबर है, बलाबला को GST नंबर भी है नहीं गा। ਹੱਥਾਂ 'ਚ ਫੜੀਆਂ ਹੋਈਆਂ ਤਖਤੀਆਂ ਤੇ ਲਿਖਿਆ ਹੋਇਆ ਜਾਂ ਮਰਾਂਗੇ ਜਾਂ ਜਿੱਤਾਂਗੇ। ਚੰਡੀਗੜ੍ਹ ਦੇ ਵਿੱਚ ਓਲਾ, ਉਬਰ ਜਾਂ ਕੋਈ ਵੀ ਕੈਬ ਪ੍ਰੋਵਾਈਡਰ ਕੰਪਨੀ ਹੈ, ਉਹਨਾਂ ਦੇ ਚਾਲਕ ਜਿਹੜੇ ਹੈਗੇ ਕੈਬ ਦੇ ਸਾਰੇ ਹੜਤਾਲ ਤੇ ਨੇ, ਬੈਠੇ ਹੋਏ ਆ ਭੁੱਖ ਹੜਤਾਲ ਤੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਅਮਨਦੀਪ ਸਿੰਘ ਹੈ ਜੀ ਮੇਰਾ ਨਾਮ। ਅੱਜ ਤੋਂ ਹੜਤਾਲ ਸ਼ੁਰੂ ਹੋਈ ਹੈ, ਕਿੰਨੇ ਜਾਣੇ ਬੈਠੇ ਹੋਏ? ਅਸੀਂ ਦੇਖੋ ਜੀ, ਹੜਤਾਲ ਤਾਂ ਸਾਡੀ ਜਿੰਨੀ ਵੀ ਐਪਲੀਕੇਸ਼ਨ ਚੱਲਦੀ ਹੈ ਜੀ ਉਹਨਾਂ ਦੇ ਖਿਲਾਫ ਹੈ, ਤੇ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਜੇ ਤੁਸੀਂ ਉਹਨਾਂ ਨੂੰ ਲਾਇਸੈਂਸ ਦਿੱਤਾ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਜੋ ਰੂਲ ਔਰ ਰੈਗੂਲੇਸ਼ਨ ਦੇ ਵਿੱਚ ਆਉਂਦੇ ਨੇ। ਅਸੀਂ ਕੋਈ ਐਕਸਟਰਾ ਉਹਨਾਂ ਨੂੰ ਕੋਈ ਨਹੀਂ ਕਹਿ ਰਹੇ। ਕਿਲੋਮੀਟਰ ਦੀ ਗੱਲ ਕਰ ਰਹੇ ਹਾਂ ਕਿ 25 ਰੁਪਏ ਕਿਲੋਮੀਟਰ ਸਾਡਾ ਹੋਣਾ ਚਾਹੀਦਾ ਹੈ। ਤੁਸੀਂ 34 ਕਿਹਾ, ਅਸੀਂ 25 ਕਹਿ ਰਹੇ ਹਾਂ। 25 ਜੀ ਵੀ ਸਾਡਾ ਕਰਾ ਦਿਓ, ਅਸੀਂ ਗੱਡੀ ਰਨ ਕਰਨੀ ਸ਼ੁਰੂ ਕਰ ਦਾਂਗੇ। ਪਰ ਸਾਨੂੰ ਲਿਖਤੀ ਰੂਪ 'ਚ ਚਾਹੀਦਾ ਹੈ, ਅਨੁਸ਼ਾਸਨ ਔਰ ਲਾਰੇ ਨਹੀਂ ਚਾਹੀਦੇ। ਵਰਡਸ ਦੀ ਵੈਲਿਊ ਖਤਮ ਹੋ ਚੁੱਕੀ ਹੈ ਹੁਣ ਸਾਡੇ ਕੋਲ। ਜਿਹੜੇ ਉਹ ਵਰਡਸ ਸਾਨੂੰ ਵਾਰ-ਵਾਰ ਦਿੰਦੇ ਨੇ ਕਿ ਕੱਲ੍ਹ ਹੋ ਜੂਗੀ, 10 ਦਿਨਾਂ ਨੂੰ ਹੋ ਜੂ, 15 ਨੂੰ ਹੋ ਜੂ, ਸਾਲਾਂ ਨੂੰ। ਅਸੀਂ 2 ਸਾਲਾਂ ਤੋਂ ਇਹੀ ਸੁਣਦੇ ਆ ਰਹੇ ਹਾਂ। ਹੁਣ ਉਹਨਾਂ ਦੇ ਵਰਡਸ 'ਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਰਿਟਨ ਦੇ ਵਿੱਚ ਚਾਹੀਦਾ ਸਾਨੂੰ ਕਿ ਉਹ ਸਾਡੀਆਂ ਡਿਮਾਂਡਸ ਪੂਰੀਆਂ ਕਰਨ, ਔਰ ਸਾਡੀ ਡਿਮਾਂਡ ਅਗਰ ਰੂਲ ਔਰ ਰੈਗੂਲੇਸ਼ਨ ਤੋਂ ਬਾਹਰ ਹੈ, ਜਿਹੜਾ ਕਾਨੂੰਨ ਬਣਿਆ ਐਗਰੀਗੇਟਰ ਤੋਂ ਉਹ ਤੋਂ ਬਾਹਰ ਹੈ, ਉਸ ਡਿਮਾਂਡ ਨੂੰ ਉਹ ਕੱਟ ਦੇਣ, ਕੋਈ ਦਿੱਕਤ ਨਹੀਂ। ਯੂਟੀ ਪ੍ਰਸ਼ਾਸਨ ਦੇ ਅੰਡਰ ਹੈ ਸਾਰਾ? ਯੂਟੀ ਪ੍ਰਸ਼ਾਸਨ ਦੇ ਅੰਦਰ ਹੈ ਜੀ। ਯੂਟੀ ਪ੍ਰਸ਼ਾਸਨ ਹੀ ਐਗਰੀਗੇਟਰ ਲਾਇਸੈਂਸ ਦਿੰਦਾ ਹੈ ਜੀ। ਠੀਕ ਹੈ। ਤੇ ਇਸ ਹਿਸਾਬ ਦੇ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ 25 ਜਾਂ 30 ਜਿੰਨਾ ਵੀ ਹੈਗਾ, ਇਸ ਨਾਲ ਫਿਰ ਕੈਬ ਵੀ ਮਹਿੰਗੀ ਹੋ ਜਾਣਗੀਆਂ। ਸਰ ਉਹ ਤਾਂ ਪਹਿਲਾਂ ਹੀ ਉਸ ਰੇਟ ਤੇ ਦੇ ਰਹੀਆਂ ਨੇ, ਸਾਨੂੰ ਨਹੀਂ ਮਿਲ ਰਿਹਾ ਉਹ। ਜੇ ਮੰਨ ਲਓ ਕਿਲੋਮੀਟਰ ਦੇ ਰੇਟ ਅੱਜ ਮਿਲ ਰਹੇ ਨੇ, ਅੱਜ ਮੰਨ ਲਓ 700 ਰੁਪਏ 'ਚ ਕੋਈ ਰਾਈਡ ਲੱਗ ਰਹੀ ਹੈ, ਉਹ ਸਾਨੂੰ ਤਾਂ 260 ਹੀ ਮਿਲ ਰਹੀ ਹੈ ਜੀ। ਉਹ 40 50 50 60 60 70% ਕਮਿਸ਼ਨ ਖਾ ਰਹੀਆਂ ਵਿੱਚੋਂ। ਸਾਡੇ ਪੱਲੇ 8 ਰੁਪਏ ਕਿਲੋਮੀਟਰ ਆ ਰਿਹਾ ਜੀ। ਮੇਨ ਤੁਹਾਡੀਆਂ ਹੋਰ ਕਿਹੜੀ ਮੰਗਾਂ ਇੱਕ ਵਾਰ ਥੋੜਾ? ਬਾਈਕ ਟੈਕਸੀ ਸਾਡੀ ਮੇਨ ਮੁੱਦਾ ਹੈ ਜੀ, ਜਿਹੜੀ ਵਾਈਟ ਪਲੇਟ ਦੇ ਵਿੱਚ ਸੁਪਰੀਮ ਕੋਰਟ ਨੇ ਬੈਨ ਕਰਤੀ ਹੈ ਕਿ ਇਹਦਾ ਐਗਰੀਗੇਟਰ ਲਾਇਸੈਂਸ ਨਹੀਂ ਬਣ ਸਕਦਾ ਕਿਉਂਕਿ ਇਹ ਪਬਲਿਕਲੀ ਸੇਫ ਨਹੀਂ ਹੈ, ਤੇ ਉਹ ਬੰਦ ਕੀਤੀ ਜਾਵੇ। ਬਿਲਕੁਲ ਅਸੀਂ ਬੰਦ ਕਰਨ ਵਾਸਤੇ ਇਹ ਨਹੀਂ ਕਹਿ ਰਹੇ ਕਿ ਉਹਨਾਂ ਦੇ ਚਲਾਨ ਕੱਟੋ। ਚਲਾਨ ਕੱਟਣਾ ਸੋਲੂਸ਼ਨ ਨਹੀਂ ਹੈ। ਇਹ 20 ਚਲਾਨ ਕੱਟਣਗੇ, ਉੱਥੇ 200 ਬਾਈਕ ਅਟੈਚ ਹੋ ਰਹੀ ਹੈ ਰੋਜ਼। ਔਰ ਯੂਪੀ, ਬਿਹਾਰ, ਉੱਤਰ ਪ੍ਰਦੇਸ਼, ਉਹ ਸਾਰਿਆਂ ਅਟੈਚ ਹੋ ਰਹੀਆਂ ਇੱਥੇ ਆ ਕੇ। ਉਹ ਪਬਲਿਕ ਜਿਹੜੀ ਕੋਈ ਕੰਮ ਕਰ ਰਿਹਾ ਉਹ ਪਾਰਟ ਟਾਈਮ ਵੀ ਚਲਾ ਰਿਹਾ, ਸਟੂਡੈਂਟ ਵੀ ਚਲਾ ਰਿਹਾ, ਔਰ ਪ੍ਰਸ਼ਾਸਨ ਦੇ ਅਧਿਕਾਰੀ ਵੀ ਚਲਾ ਰਿਹਾ, ਔਰ ਸਰਵਿਸ ਵੀ ਪ੍ਰਸ਼ਾਸਨ ਦੇ ਅਧਿਕਾਰੀ ਸਭ ਤੋਂ ਜ਼ਿਆਦਾ ਯੂਜ਼ ਕਰ ਰਿਹਾ, ਉਹ ਜਿਹੜੀ ਇਲੀਗਲ ਹੈਗੀਆਂ ਨੇ। ਤੇ ਅਸੀਂ ਉਹ ਕਹਿੰਦੇ ਕਿ ਜੇ ਉਹ ਐਪਲੀਕੇਸ਼ਨ ਚਾਹੇ ਰੈਪਿਡੋ ਹੈ, ਚਾਹੇ ਓਲਾ ਹੈ, ਚਾਹੇ ਉਬਰ ਹੈ, ਚਾਹੇ ਇਨਡਰਾਈਵਰ ਹੈ, ਚਾਹੇ ਆਪਣੀ ਕੈਬ ਹੈ, ਚਾਹੇ ਪੇਰੂ ਹੈ, ਚਾਹੇ ਮਾਈਨ ਹੈ, ਜਿਹਦੀ 'ਚ ਬਾਈਕ ਅਟੈਚ ਹੈ ਉਹਦੇ 'ਚ ਆਪਸ਼ਨ ਆਉਣਾ ਇੱਕ ਕਿ ਤੁਸੀਂ ਬਾਈਕ ਬੁੱਕ ਕਰਨੀ ਹੈ। ਉਹ ਆਪਸ਼ਨ ਨੂੰ ਕਲੋਜ਼ ਕਰ ਦੇਣ, ਆਫ। ਜੇ ਉਹ ਆਫ ਕਰ ਦੇਣਗੇ, ਨਾ ਪਬਲਿਕ ਲਏਗੀ, ਨਾ ਹੋਏਗਾ ਕੁਛ। ਵੈਸੇ ਦਿੱਲੀ 'ਚ ਵੀ ਯੈਲੋ ਪਲੇਟ ਦੀਆਂ ਬਾਈਕ ਵੀ ਆ ਗਈਆਂ ਨਾ ਜੀ। ਦੇਖੋ ਯੈਲੋ ਪਲੇਟ ਦੀ ਜਿਹੜੀ ਬਾਈਕ ਆਈ ਹੈ ਨਾ ਜੀ, ਉਹ ਆਈ ਹੈ ਉਹਨਾਂ ਦੀ ਸਵੀਗੀ ਤੇ ਜ਼ੋਮੈਟੋ ਤੇ ਐਮਾਜ਼ੋਨ ਲਈ। ਉਹ ਸਿਰਫ ਉਹਦੇ ਤੇ ਕੰਮ ਕਰ ਸਕਦੇ, ਉਹ ਸਵਾਰੀ ਨਹੀਂ ਢੋ ਸਕਦੇ ਉਹਦੇ ਤੇ, ਫੂਡ ਡਿਲੀਵਰੀ ਲਈ। ਉਹ ਸਾਡੇ ਪੰਜਾਬ ਦੇ ਵਿੱਚ ਵੀ ਲਾਅ ਹੈਗਾ, ਯੈਲੋ ਪਲੇਟ ਤੁਹਾਨੂੰ ਪੰਜਾਬ 'ਚ ਵੀ ਮਿਲੇਗੀ ਇੱਕ ਦੋ ਪੁਰਾਣੇ ਟਾਈਮ ਦੇ ਵਿੱਚ, ਪਰ ਉਹ ਕਿਸੇ ਵੀ ਐਪਲੀਕੇਸ਼ਨ ਤੋਂ ਸਵਾਰੀ ਨਹੀਂ ਢੋ ਸਕਦੇ। ਇਹ ਲਾਅ ਦੇ ਅਧੀਨ ਹੈ ਕਿਉਂਕਿ ਐਗਰੀਗੇਟਰ ਲਾਇਸੈਂਸ ਕਿਸੇ ਨੇ ਮਿਲਿਆ ਹੀ ਨਹੀਂ ਹੈ। ਤੋ ਸ਼ਰਤਾਂ ਦੇ ਅਧੀਨ ਜੇ ਐਗਰੀਗੇਟਰ ਲਾਇਸੈਂਸ ਲੈਣਗੇ, ਜਦੋਂ ਪਾਲਿਸੀ ਨਹੀਂ ਬਣੀ ਸਰ ਉਹਦੀ ਬਾਈਕ ਦੀ, ਤੇ ਉਹ ਫਿਰ ਲਾਇਸੈਂਸ ਕਿਵੇਂ ਮਿਲੇਗਾ? ਸਵਾਰੀ ਕਿਵੇਂ ਢੋਣਗੇ? ਕੋਈ ਪਾਲਿਸੀ ਹੀ ਨਹੀਂ ਹੈ। ਤੇ ਬਾਈ ਜੀ ਕੀ ਨਾਮ? ਮੇਰਾ ਇੰਦਰਜੀਤ ਸਿੰਘ ਜੀ। ਤੁਸੀਂ ਅੱਜ ਦੋਵੇਂ ਬੈਠੇ ਹੋ ਭੁੱਖ ਹੜਤਾਲ? ਬਿਲਕੁਲ ਜੀ, ਬਿਲਕੁਲ। ਇਹ ਫਿਰ ਕਿੰਨੇ ਦਿਨ ਜਾ ਰਹੀ ਹੈ? ਦੇਖੋ ਭੁੱਖ ਹੜਤਾਲ ਦਾ ਕੋਈ ਲਿਮਿਟ ਨਹੀਂ ਹੈਗੀ ਜੀ। ਜੇ ਸਾਡੀਆਂ ਮੰਗਾਂ ਮੰਨ ਲੈਣ, 2 ਦਿਨਾਂ 'ਚ ਮੰਨ ਲੈਣ, 4 ਦਿਨਾਂ 'ਚ ਮੰਨ ਲੈਣ, ਫਿਰ ਤਾਂ ਸਾਰਾ ਕੁਝ ਸਟਾਪ ਕਰ ਦਾਂਗੇ ਅਸੀਂ। ਜੇ ਤਾਂ ਸਾਡੀਆਂ ਮੰਗਾਂ ਨਹੀਂ ਮੰਨਦੇ ਹੈਗੇ, ਭੁੱਖ ਹੜਤਾਲ ਅਸੀਂ ਬਿਲਕੁਲ ਬੰਦ ਨਹੀਂ ਕਰਾਂਗੇ। ਹਾਂਜੀ, ਇਹ ਜ਼ਰੂਰ ਹੈ ਕਿ 15 ਤਰੀਕ ਨੂੰ ਅਸੀਂ ਚੱਕਾ ਜਾਮ ਜ਼ਰੂਰ ਖੋਲ੍ਹ ਸਕਦੇ ਹੈਗੇ ਹਾਂ। ਤੇ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ, ਕੋਈ ਇੱਦਾਂ ਦੀ ਨਜਾਇਜ਼ ਮੰਗ ਨਹੀਂ ਹੈ। ਕੋਈ ਕਾਫੀ ਟਾਈਮ ਤੋਂ ਇਹ ਸੇਮ ਹੀ ਮੰਗਾਂ ਚੱਲਦੀਆਂ ਆ ਰਹੀਆਂ, ਪਰ ਪ੍ਰਸ਼ਾਸਨ ਜੋ ਹੈ ਕੰਪਨੀ ਨਾਲ ਪਤਾ ਨਹੀਂ ਇਹਨਾਂ ਦੀ ਕੀ ਸਾਂਠ-ਗਾਂਠ ਹੈ, ਕੀ ਮਿਲੀ ਭੁਗਤ ਹੈਗੀ ਆ, ਤੇ ਸਾਡੇ ਇਹ ਮੰਗਾਂ ਮੰਨਦੇ ਨਹੀਂ ਹੈਗੇ। ਠੀਕ ਹੈ ਜੀ। ਤੇ ਹੁਣ ਚੱਕਾ ਜਾਮ ਜਿਹੜਾ ਹੈਗਾ ਚੰਡੀਗੜ੍ਹ 'ਚ ਕਰੋਗੇ? ਟਰਾਈ ਸਿਟੀ ਦੇ ਵਿੱਚ ਹੀ ਚੱਲ ਰਿਹਾ ਹੈਗਾ, ਅੱਜ ਤੋਂ ਹੀ ਸੀਗਾ ਚੱਕਾ ਜਾਮ ਵੀ। ਤੇ 15 ਤਰੀਕ ਨੂੰ ਚੱਕਾ ਜਾਮ ਜ਼ਰੂਰ ਅਸੀਂ ਖੋਲ੍ਹ ਦੇਵਾਂਗੇ, ਪਰ ਭੁੱਖ ਹੜਤਾਲ ਤੋਂ ਅਸੀਂ ਦੋਨੇ ਜਣੇ ਨਹੀਂ ਉੱਠਾਂਗੇ ਜੀ।
ਤੁਸੀਂ ਇੱਥੇ ਬੈਠੇ ਰਹੋ। ਬਿਲਕੁਲ ਜੀ, ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਦ ਤੱਕ ਨਹੀਂ ਉਠਾਂਗੇ। ਸਮਰਥਨ ਕਿੰਨਾ ਕੁ ਮਿਲ ਰਿਹਾ ਤੁਹਾਨੂੰ? ਸਮਰਥਨ ਫੁੱਲ ਸਮਰਥਨ ਹੈ ਜੀ। ਇਹ ਤਾਂ ਜੀ ਅਦਰ ਸਟੇਟ 'ਚੋਂ ਵੀ ਮਿਲ ਰਿਹਾ ਹੁੰਦਾ, ਦਿੱਲੀ ਤੋਂ ਵੀ ਸਾਨੂੰ ਕਾਲ ਆ ਰਿਹਾ, ਲੁਧਿਆਣੇ ਵਾਲੇ ਵੀਰ ਸਾਡੇ ਇੱਥੇ ਹੋ ਕੇ ਗਏ ਨੇ, ਜਲੰਧਰ ਵਾਲੇ ਵੀਰ ਸਾਡੇ ਇੱਥੇ ਹੋ ਕੇ ਗਏ ਨੇ। ਸਮਰਥਨ ਸਾਨੂੰ ਪੂਰਾ ਮਿਲ ਰਿਹਾ। ਅਗਰ ਇਹ ਸਾਡੀਆਂ ਨਹੀਂ ਡਿਮਾਂਡਾਂ ਮੰਨੀਆਂ ਗਈਆਂ, ਮੇਰੇ ਹਿਸਾਬ ਨਾਲ ਕਿ ਆਲ ਇੰਡੀਆ 'ਚ ਵੀ ਚੱਕਾ ਜਾਮ ਹੋ ਸਕਦਾ। ਤੇ ਸਵੇਰ ਦਾ ਕੁਝ ਪਾਣੀ ਵਗੈਰਾ ਪੀਤਾ ਹੈ? ਪਾਣੀ ਤਾਂ ਪੀ ਰਹੇ ਥੋੜਾ ਬਹੁਤ ਅਸੀਂ। ਹਾਂ ਬਿਲਕੁਲ ਜੀ, ਜੋ ਗੱਲ ਸੱਚ ਹੈ ਸੱਚ। ਸਿਹਤ ਠੀਕ ਹੈ ਤੁਹਾਡੀ? ਸਿਹਤ ਠੀਕ ਹੈ ਜੀ ਫਿਲਹਾਲ ਤਾਂ, ਬਾਕੀ ਹੁਣ ਦੇਖਦੇ ਹਾਂ। ਅੱਛਾ, ਅੱਜ ਤਕਰੀਬਨ ਕਾਫੀ ਟਾਈਮ ਹੋ ਗਿਆ ਤੁਹਾਨੂੰ ਬੈਠੇ ਹੋਏ ਨਹੀਂ, ਕੋਈ ਚੰਡੀਗੜ੍ਹ ਦਾ ਜਾਂ ਪੰਜਾਬ ਦਾ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚੋਂ ਜਾਂ ਕੋਈ ਵੀ ਅਧਿਕਾਰੀ ਆਇਆ? ਸਰ ਆਇਆ ਨਹੀਂ, ਅਸੀਂ ਡਿਮਾਂਡ ਕੀਤੀ ਹੈ ਸਗੋਂ ਵਾਰ-ਵਾਰ ਮੀਡੀਆ ਤੇ ਵੀ ਕੀਤੀ ਹੈ। ਜੋ ਸਾਡੇ ਪੁਲਿਸ ਅਧਿਕਾਰੀ ਜੋ ਸਾਡੀ ਸੇਫਟੀ ਲਈ ਸਿਕਿਉਰਿਟੀ ਲਈ ਇੱਥੇ ਖੜੇ ਨੇ ਵਿਚਾਰੇ ਧੁੱਪੇ ਸਾਡੇ ਨਾਲ, ਉਹਨਾਂ ਨੂੰ ਅਸੀਂ ਕਿਹਾ ਕਿ ਐਡਮਿਨਿਸਟ੍ਰੇਸ਼ਨ ਦਾ ਬੰਦਾ ਮਤਲਬ ਜੋ ਐਸਟੀ ਡਿਪਾਰਟਮੈਂਟ ਨਾਲ ਜਿਹੜੇ ਸਾਡੇ ਡਿਪਾਰਟਮੈਂਟ ਨਾਲ ਡੀਲ ਕਰਦਾ ਹੋਵੇ ਉਹਨੂੰ ਇੱਥੇ ਆਉਣਾ ਚਾਹੀਦਾ, ਸਾਡੀਆਂ ਗੱਲਾਂ ਸੁਣਨੀਆਂ ਚਾਹੀਦੀਆਂ। ਮੈਮੋਰੰਡਮ ਉਹਨੂੰ ਦੇ ਚੁੱਕੇ ਹਾਂ ਅਸੀਂ ਪਹਿਲਾਂ ਹੀ, ਤੇ ਉਹ ਸਾਨੂੰ ਲਿਖਤੀ ਰੂਪ 'ਚ ਦੇ ਕਿ ਬਾਈ ਜੀ ਮੈਂ ਤੁਹਾਡੀਆਂ ਮੰਗਾਂ ਮੰਨ ਲਈਆਂ ਤੇ ਕੱਲ੍ਹ ਤੋਂ ਪੂਰੀਆਂ ਹੋ ਜਾਣਗੀਆਂ। ਫਿਰ ਅਸੀਂ ਕੋਈ ਅੱਗੇ ਸੁਣਵਾਈ ਆਪਦੀ ਵਿਚਾਰ ਕਰਕੇ ਭਰਾ ਜਿਹੜੇ ਵੀ ਅਸੀਂ ਸਾਡੇ ਡਰਾਈਵਰ ਵੀਰ ਆ ਉਹਨਾਂ ਨਾਲ ਗੱਲ ਕਰਕੇ ਫਿਰ ਅਸੀਂ ਅੱਗੇ ਫੈਸਲਾ ਲਵਾਂਗੇ। ਇੱਕ ਸਿਕਿਉਰਿਟੀ ਦਾ ਵੀ ਇਸ਼ੂ ਹੈਗਾ, ਕਿਉਂਕਿ ਇੱਕ ਪਿਛਲੇ ਹਫਤੇ ਜਾਂ 2-3 ਹਫਤੇ ਪਹਿਲਾਂ ਇੱਕ ਮਰਡਰ ਹੋ ਜਾਂਦਾ ਹੈ ਤੁਹਾਡੀ ਹੈ ਨਾ ਸਾਥੀ ਦਾ। ਸਿਕਿਉਰਿਟੀ ਨੂੰ ਕੀ ਹੈਗਾ ਮੇਨ, ਤੁਸੀਂ ਕਿਵੇਂ ਚਾਹੁੰਦੇ ਹੋ? ਉਹੀ ਮੇਨ ਚੀਜ਼ ਹੈ ਜੀ, ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਐਗਰੀਗੇਟਰ ਲਾਇਸੈਂਸ ਜਿਹੜਾ ਲੈਂਦਾ ਹੈ ਉਹ ਐਗਰੀਗੇਟਰ ਪਾਲਿਸੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀ ਗੱਡੀ ਅਟੈਚ ਹੋਊਗੀ ਉਹਦੇ ਡਰਾਈਵਰ ਦਾ ਫਸਟ ਕਿਲੋਮੀਟਰ ਤੋਂ ਹੀ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਔਰ 10 ਲੱਖ ਦਾ ਟਰਮ ਇੰਸ਼ੋਰੈਂਸ ਹੋਏਗਾ। ਉਹ ਇਹ ਕਰਾ ਹੀ ਨਹੀਂ ਰਹੇ। ਇਸੇ ਚੀਜ਼ ਦੀ ਡਿਮਾਂਡ ਕਰ ਰਹੇ ਹਾਂ ਕਿ ਜੋ ਲਿਖਿਆ ਲਾਅ ਦੇ ਵਿੱਚ ਲਿਖਿਆ ਸੀ ਉਹ ਕਹਿੰਦੇ ਉਹ ਲਾਗੂ ਕਰਾ ਦਿਓ। ਉਹ ਲਾਗੂ ਉਹ ਕੰਪਨੀਆਂ ਕਰ ਹੀ ਨਹੀਂ ਰਹੀਆਂ ਜਿਨ੍ਹਾਂ ਨੇ ਕਰਨਾ ਹੈ। ਇਹ ਉਹਨਾਂ ਨੂੰ ਲੈਟਰ ਭੇਜ ਰਹੇ ਹੈ ਕਿ ਤੁਸੀਂ ਆਓ ਇਹਨਾਂ ਨਾਲ ਮੀਟਿੰਗ ਕਰੋ, ਉਹ ਲੈਟਰ ਵੀ ਵਾਪਸ ਭੇਜ ਰਹੇ, ਰਿਸੀਵ ਹੀ ਨਹੀਂ ਕਰ ਰਹੇ। ਮਤਲਬ ਉਹ ਇਹ ਵੀ ਨਹੀਂ ਦੱਸ ਰਹੇ ਕਿ ਅਸੀਂ ਉੱਥੇ ਆਫਿਸ ਸਾਡੇ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਟਰਾਈ ਸਿਟੀ ਜਿਹੜੇ ਉਹਨਾਂ ਦੇ ਆਫਿਸ ਸੀਗੇ ਜੀ, ਉਹ ਕੋਵਿਡ ਤੋਂ ਬਾਅਦ ਉਹਨਾਂ ਨੇ ਸਾਰੇ ਬੰਦ ਕਰਤੇ। ਜਿਹੜੇ ਵੀ ਕਿਸੇ ਪੈਸੰਜਰ ਦਾ ਕੋਈ ਸਮਾਨ ਰਹਿ ਜਾਂਦਾ ਸੀ ਤਾਂ ਸਾਨੂੰ ਕੰਪਲੇਂਟ ਹੁੰਦੀ ਸੀ ਤਾਂ ਅਸੀਂ ਉੱਥੇ ਦਫ਼ਤਰ 'ਚ ਜਮ੍ਹਾਂ ਕਰਾਉਂਦੇ ਸੀ ਸਮਾਨ, ਔਰ ਪੈਸੰਜਰ ਉਸ ਦਫ਼ਤਰ ਤੋਂ ਲੈ ਲੈਂਦਾ ਸੀ। ਸਾਡੀ ਕੋਈ ਹੋਰ ਪ੍ਰੋਬਲਮ ਹੁੰਦੀ ਸੀ ਅਸੀਂ ਉੱਥੇ ਜਾ ਕੇ ਸੋਲਵ ਕਰਾਉਂਦੇ ਸੀ, ਜਿਹੜੀ ਸਾਡੀ ਫ੍ਰੀ ਆਫ ਕਾਸਟ ਹੁੰਦੀ ਸੀ। ਸਾਨੂੰ ਅੱਜ ਉਹ ਪ੍ਰੋਬਲਮ ਨਹੀਂ। ਜਿਹੜੇ ਇੱਥੇ ਨਿੱਕੇ ਮੋਟੇ ਆਨਲਾਈਨ ਜਿਹੜੇ ਏਜੰਟ ਬਣ ਗਏ ਜਿਨ੍ਹਾਂ ਦੇ ਆਫਿਸ ਨਹੀਂ ਹੈਗੇ, ਕੋਈ ਵੀ ਤੁਰਦਾ ਫਿਰਦਾ ਮਿਲ ਜਾਂਦਾ ਹੈ, ਜਾਂ ਆਨਲਾਈਨ ਫੋਨ ਨੰਬਰ ਦੇ ਰੱਖਿਆ ਜਿਨ੍ਹਾਂ ਦੇ, ਉਹ ਸਾਨੂੰ 1000 1500 ਰੁਪਈਆ ਸਾਡਾ ਨੰਬਰ ਅਪਡੇਟ ਕਰਨ ਲਈ ਲੈ ਰਹੇ ਆ ਸਾਡੇ ਤੋਂ। ਤੇ ਪ੍ਰਾਈਵੇਟ ਗੱਡੀ 7500 ਰੁਪਏ 'ਚ ਜੀ ਉਹਨਾਂ ਇਲੀਗਲ ਤੇ ਇਲੀਗਲ ਐਪਾਂ 'ਚ ਅਟੈਚ ਕਰ ਰਿਹਾ ਹੈ ਬਿਨਾਂ ਪੇਪਰਾਂ ਤੋਂ। ਨਾ ਉਹਨਾਂ ਕੋਲ ਪ੍ਰਾਈਵੇਟ ਗੱਡੀ ਦਾ ਕੋਈ ਲਾਇਸੈਂਸ ਨਹੀਂ ਹੈ ਜੀ, ਉਹਦੇ ਕੋਲ ਤਾਂ ਪਰਮਿਟ ਹੀ ਨਹੀਂ ਹੈ। ਅੱਛਾ, ਇੱਕ ਮੈਨੂੰ ਦੱਸਿਓ, ਤੁਹਾਨੂੰ ਇੱਥੇ ਹੜਤਾਲ ਤੇ ਓਲਾ ਉਬਰ ਜਾਂ ਕੋਈ ਵੀ ਐਪ ਹੈਗੀ, ਕਿੰਨੇ ਉਹਦੇ ਨਾਲ ਗੱਡੀਆਂ ਅਟੈਚ ਹੈਗੀਆਂ? ਸਰ ਸਾਡੇ ਹਿਸਾਬ ਨਾਲ ਤਾਂ 7-8000 ਕੈਬ ਹੋਊਗੀ ਜੀ ਜਿਹੜੀ ਬੰਦ ਹੈ ਅੱਜ। ਉਹਨਾਂ ਦੀ ਗਵਰਨਮੈਂਟ ਨਾਲ ਸਾਂਠ ਗਾਂਠ ਹੈ ਜੀ, ਉਹ ਕਿਉਂ ਫੋਨ ਕਰਨਗੇ ਜੀ? ਉਹ ਗਵਰਨਮੈਂਟ ਨੂੰ ਦਬਾਅ ਪਾਣਗੇ, ਉਹ ਸਾਨੂੰ ਡੰਡੇ ਨਾਲ ਕਹਿਣਗੇ ਜਾਂ ਕੁਝ ਕਹਿਣਗੇ ਤੁਸੀਂ ਉੱਠੋ, ਜਿੱਦਾਂ ਕਿ ਸਾਨੂੰ ਕਹਿ ਹੀ ਰਹੇ ਨੇ ਕਿ ਉੱਠੋ। ਉਹਨੇ ਡਾਇਰੈਕਟ ਸਾਂਠ ਗਾਂਠ ਹੈ ਜੀ ਉਹਨਾਂ ਦੀ। ਮਤਲਬ ਕਾਹਦਾ ਦਬਾਅ ਪਾ ਸਕਦੇ? ਕਿ ਉੱਠੋ ਇੱਥੋਂ, ਕਹਿ ਹੀ ਰਹੇ ਨੇ ਉਹ ਤਾਂ ਕਿ ਉੱਠੋ ਇੱਥੋਂ ਜਾਓ ਤੁਸੀਂ। 15 ਅਗਸਤ ਚੱਲਦੀ ਹੈਗੀ ਆ, ਤੁਹਾਡਾ ਟਾਈਮ ਨਹੀਂ ਹੈ ਧਰਨਾ ਦੇਣ ਦਾ। ਹਾਲਾਂਕਿ ਅਸੀਂ ਰੈਲੀ ਸਪੌਟ 'ਚ ਬੈਠੇ ਹਾਂ, ਬਿਲਕੁਲ ਸਹੀ ਜਗ੍ਹਾ ਤੇ ਬੈਠੇ ਹਾਂ, ਕੋਈ ਅਸੀਂ ਉਪਦਰਵ ਨਹੀਂ ਕਰ ਰਹੇ, ਕੋਈ ਗਲਤ ਉਪਦਰਵ ਨਹੀਂ ਕਰ ਰਹੇ, ਸ਼ਾਂਤੀਪੂਰਵਕ ਧਰਨਾ ਕਰ ਰਹੇ ਹਾਂ। ਤੇ ਸਾਨੂੰ ਕੰਪਨੀ ਦਾ ਫੋਨ ਨਹੀਂ ਆ ਰਿਹਾ, ਸਮਕੇ ਪ੍ਰਸ਼ਾਸਨ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਕਿ ਤੁਸੀਂ ਉੱਠੋ ਇੱਥੋਂ। ਮਤਲਬ ਜਿਹਨੂੰ ਕੰਪਨੀ ਨੂੰ ਤੁਸੀਂ ਕਮਾ ਕੇ ਦੇ ਰਹੇ ਹੋ ਉਹਨਾਂ ਦਾ ਨਾ ਕੋਈ ਮੈਨੇਜਰ ਨਾ ਕੋਈ ਟੈਕਸਟ ਮੈਸੇਜ ਤੱਕ ਨਹੀਂ ਹੈ? ਸਰ ਉਹ ਕੁਝ ਵੀ ਨਹੀਂ ਹੈ ਜੀ। ਅਸੀਂ ਗੁੜਗਾਉਂ ਵੀ ਗਏ ਹਾਂ ਆਫਿਸ 'ਚ, ਉੱਥੇ ਵੀ ਜਾ ਕੇ ਅਸੀਂ ਬਹੁਤ ਮੱਥਾ ਮਾਰਿਆ ਕਿ ਸਾਡੇ ਭਰਾਵਾਂ ਦੀ ਆਈਡੀਆਂ ਖੋਲ੍ਹ ਦਿਓ, ਕਿਉਂਕਿ ਉਹਦਾ ਬੈਨੀਫਿਟ ਤੁਹਾਨੂੰ ਵੀ ਹੈ ਸਾਨੂੰ ਵੀ ਹੈ। ਕਿਉਂਕਿ ਉਹ ਜਿਹੜੇ ਭਰਾ ਨੇ ਜਿਹਨਾਂ ਦੀ ਆਈਡੀ ਦਾ ਰੋਜ਼ਗਾਰ ਤੁਸੀਂ ਹੋ, ਤੁਸੀਂ ਉਹਨੂੰ ਸਵਾਰੀ ਦੇਣੀ ਹੈ, ਤੁਸੀਂ ਉਹਦੀ ਆਈਡੀ ਬੰਦ ਕਰਤੀ, ਹੁਣ ਉਹ ਇਲੀਗਲ ਐਪ ਚਲਾ ਰਿਹਾ ਹੈ, ਉਹਦੇ ਵਿੱਚ ਉਹ ਸੇਫ ਨਹੀਂ ਹੈ ਔਰ ਪੈਸੰਜਰ ਵੀ ਸੇਫ ਨਹੀਂ ਹੈ। ਔਰ ਅਗਰ ਕਾਰਵਾਈ ਹੁੰਦੀ ਹੈ, ਚਲਾਨ ਹੁੰਦੀ ਹੈ, ਤਾਂ ਉਹ ਇੰਨਾ ਚਲਾਨ ਹੋਊਗਾ ਕਿ 6 ਮਹੀਨੇ ਦੀ ਕਮਾਈ ਉਹਦੀ ਇੱਕ ਚਲਾਨ 'ਚ ਚਲੀ ਜਾਣੀ ਹੈ। ਇੱਕ ਵਾਰ ਥੋੜਾ ਬਰੀਫ ਵੀ ਕਰ ਦਿਓ ਵੀ ਕਿਹੜੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਸਹੀ ਹੈਗੀਆਂ ਜਾਂ ਜਿਨ੍ਹਾਂ ਤੋਂ ਖਤਰਾ ਹੋ ਸਕਦਾ ਹੈ? ਦੇਖੋ ਜੀ, ਦੋ ਮੈਂ ਚੀਜ਼ਾਂ ਤੁਹਾਨੂੰ ਪਹਿਲਾਂ ਦੱਸਦਾ। ਇੱਕ ਤਾਂ ਜਿਹੜੀ 2018 ਦੇ ਵਿੱਚ ਲਾਇਸੈਂਸ ਲਿਆ ਸੀਗਾ ਐਗਰੀਗੇਟਰ ਲਾਇਸੈਂਸ, ਓਲਾ ਔਰ ਉਬਰ ਨੇ। ਦੋ ਹੋਰ ਕੋਈ ਕਿਸੇ ਨੂੰ ਲਾਇਸੈਂਸ ਨਹੀਂ ਹੈ। ਜਿਹਨੂੰ ਨਹੀਂ ਹੈ ਉਹ ਹੈਗੀ ਐਨ ਡਰਾਈਵਰ, ਆਪਣੀ ਕੈਬ, ਪੇਰੂ, ਮਾਈਨ, ਫੀਗੋ, ਬਲਾ। ਠੀਕ ਹੈ ਜੀ, ਇਹਨਾਂ ਨੂੰ ਕਿਸੇ ਨੂੰ ਵੀ ਕੋਈ ਲਾਇਸੈਂਸ ਨਹੀਂ ਹੈ। ਬਲਾ ਤੋਂ ਸਾਰਿਆਂ ਤੋਂ ਇਲਾਵਾ ਬਾਕੀ ਸਾਰਿਆਂ ਕੋਲ GST ਨੰਬਰ ਹੈਗਾ, ਬਲਾ ਕੋਲ GST ਨੰਬਰ ਵੀ ਹੈ ਨਹੀਂਗਾ। ਉਹ GST ਵੀ ਟੈਕਸ ਵੀ ਨਹੀਂ ਲੈਂਦੀ, ਕੁਝ ਵੀ ਨਹੀਂ ਲੈਂਦੀ ਜੀ। ਕੋਈ ਸੇਫਟੀ ਨਹੀਂ ਹੈ, ਕੋਈ ਫੀਚਰਸ ਨਹੀਂ ਹੈ, ਕੋਈ ਕਾਲ ਸੈਂਟਰ ਨੰਬਰ ਨਹੀਂ ਹੈ, ਕੋਈ ਆਫਿਸ ਨਹੀਂ ਹੈ ਕਿਸੇ ਦਾ ਵੀ। ਕਾਰਵਾਈ ਕਿਉਂ ਨਹੀਂ ਹੋ ਰਹੀ ਇਹਨਾਂ ਦੀ? ਇਹੀ ਤਾਂ ਅਸੀਂ ਪੁੱਛ ਰਹੇ ਹਾਂ ਜੀ ਪ੍ਰਸ਼ਾਸਨ ਨੂੰ ਵੀ ਕਰਨਾ ਕੀ ਹੈ। ਜੇ ਤੁਸੀਂ ਕੋਲ ਇੱਕ ਸਾਫ਼ ਐਗਰੀਗੇਟਰ ਦੇ ਵਿੱਚ ਲਿਖਿਆ ਹੈ, ਜੇ ਐਗਰੀਗੇਟਰ ਪਲੇ ਸਟੋਰ ਤੇ ਐਪ ਬਣਾ ਸਕਦਾ ਹੈ ਬਿਲਕੁਲ, ਪਰ ਉਹਨੇ ਅਗਰ ਐਪ ਨੂੰ ਇੰਸਟਾਲ ਕਰਨਾ, ਸਟੇਟ ਦੇ ਵਿੱਚ ਰਾਈਡਸ ਚਲਾਉਣੀਆਂ ਨੇ, ਗੱਡੀਆਂ ਚਲਾਉਣੀਆਂ ਨੇ, ਕੈਬ ਉਹਦੇ 'ਚ ਇੰਟਰੋ ਕਰਨੀਆਂ ਨੇ, ਔਨ ਬੋਰਡ ਕਰਨੀਆਂ ਨੇ, ਤਾਂ ਉਹਨੂੰ ਲਾਇਸੈਂਸ ਲੈਣਾ ਪਏਗਾ। ਜੇ ਲਾਇਸੈਂਸ ਨਹੀਂ ਲੈਂਦਾ ਤਾਂ ਉਹ ਕਿਸੇ ਵੀ ਗੱਡੀ ਜਾਂ ਡਰਾਈਵਰ ਨੂੰ ਅਟੈਚ ਨਹੀਂ ਕਰ ਸਕਦਾ। ਜੇ ਕਰ ਰਿਹਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਕਰੋ, ਜਾਂ ਉਹ ਲਾਇਸੈਂਸ ਲਵੇ। ਜੇ ਲਾਇਸੈਂਸ ਲਊਗਾ ਤਾਂ ਪਾਲਿਸੀ ਦੇ ਆਧਾਰ ਤੇ ਲਵੇ। ਬਸ ਅਸੀਂ ਕਹਿ ਰਹੇ ਹਾਂ ਉਹ ਪਾਲਿਸੀ ਦੇ ਆਧਾਰ ਤੇ ਜਿਹੜੇ ਕਾਨੂੰਨ ਬਣੇ ਆ ਉਹ ਲਾਗੂ ਕਰ ਦਿਓ, ਨਹੀਂ ਤਾਂ ਨਹੀਂ ਕਰੋ। ਮਤਲਬ
ਜਿਹੜੇ ਕਸਟਮਰ ਹੈਗੇ ਆ ਜਾਂ ਸਵਾਰੀਆਂ ਉਹਨਾਂ ਲਈ ਵੀ ਫਿਰ ਖਤਰਾ ਆ ਸਿਰਫ ਓਲਾ ਤੇ ਉਬਰ ਨੂੰ ਛੱਡ ਕੇ? ਬਿਲਕੁਲ ਸਰ, ਓਲਾ ਉਬਰ ਵੀ ਤੁਹਾਨੂੰ ਦੱਸ ਦਿੰਦਾ ਹੁਣ, ਉਹ ਜਿਹੜੀ ਲੀਗਲ ਹੈਗੀ ਉਹਨੇ 2018 ਚ ਲਾਇਸੈਂਸ ਲਿਆ ਸੀਗਾ ਜੀ। 19 ਤੋਂ ਲੈ ਕੇ ਅੱਜ 23 ਆ ਗਏ ਜੀ। ਉਹਨਾਂ ਨੇ 3 ਕਰੋੜ ਰੁਪਏ, ਇੱਕ ਗੱਡੀ ਦਾ 320 ਰੁਪਏ ਟੈਕਸ ਹੈ ਜੀ ਮਹੀਨੇ ਦਾ। ਉਹ 3 ਕਰੋੜ ਰੁਪਏ ਓਲਾ ਨੇ, 3 ਕਰੋੜ ਰੁਪਏ ਉਬਰ ਨੇ ਦਿੱਤਾ ਹੀ ਨਹੀਂ ਸਰਕਾਰ ਨੂੰ। ਉਹ ਕੋਰਟ 'ਚ ਚਲੇ ਗਏ, ਹਾਈ ਕੋਰਟ 'ਚ ਸਟੇ ਲੱਗਿਆ ਪਿਆ। ਟੈਕਸ ਬਿਨਾਂ ਦਿੱਤੇ ਹੀ ਗੱਡੀਆਂ ਚਲਵਾ ਰਹੇ ਆ ਜੀ ਉਹ ਸ਼ਹਿਰ ਦੇ ਵਿੱਚ, ਤੇ ਪ੍ਰਸ਼ਾਸਨ ਉਹਨਾਂ ਦਾ ਕੁਝ ਕਰ ਹੀ ਨਹੀਂ ਪਾ ਰਿਹਾ। ਤੁਹਾਨੂੰ ਕੀ ਲੱਗਦਾ ਵੀ ਇੱਕ ਆਪਣੀ ਯੂਨਿਟੀ ਹੋ ਕੇ ਜਾਂ ਫਿਰ ਯੂਟੀ ਪ੍ਰਸ਼ਾਸਨ ਆਪਣੀ ਕੋਈ ਐਪ ਬਣਾ ਲਵੇ ਚੰਡੀਗੜ੍ਹ ਟਰਾਈ ਸਿਟੀ, ਇਦਾਂ ਹੋ ਸਕਦਾ ਕੋਈ ਕੰਮ? ਸਰਕਾਰੀ ਐਪ ਦੀ ਗੱਲ ਵੀ ਕੀਤੀ ਸੀ ਸਾਡੇ ਨਾਲ, ਹੋਮ ਸੈਕਟਰੀ ਸਾਡੇ ਨਿਤਨ ਯਾਦਵ ਜੀ ਨੇ, ਉਹਨਾਂ ਨਾਲ ਸਾਡੀ ਬੈਠ ਹੋਈ ਸੀ। ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੁਹਾਡੇ ਨਾਲ ਚੱਲ ਕੇ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਵੀ ਕਹੂੰਗਾ ਕਿ ਉਹ ਈ ਚਲਾਨਿੰਗ ਵੀ ਕਰਨਗੇ, ਬਾਈਕ ਦੀ ਵੀ, ਪ੍ਰਾਈਵੇਟ ਗੱਡੀ ਦੀ ਵੀ, ਔਰ ਤੁਸੀਂ ਉਹਨਾਂ ਨੂੰ ਬੁੱਕ ਕਰਕੇ ਲਿਆਓ, ਅਸੀਂ ਬੁੱਕ ਕਰਵਾ ਦਾਂਗੇ। ਉਹ ਤਾਂ ਸਾਡੀ ਦੁਸ਼ਮਣੀ ਵੱਧ ਗਈ ਉਹਨਾਂ ਨਾਲ, ਕਿਉਂਕਿ ਲੋਕਾਂ ਨੂੰ ਸਾਡੇ ਚਿਹਰੇ ਦੇਖ ਕੇ। ਦੂਜੀ ਗੱਲ ਉਹਨੇ ਇਹ ਕਹੀ ਸੀ ਕਿ ਤੁਹਾਡੀ ਅਸੀਂ ਯੂਟੀ ਟਰਾਂਸਪੋਰਟ ਜਿਹੜੇ ਹੈਗੇ ਨੇ, ਪ੍ਰਦੂਮਨ ਜੀ ਹੈਗੇ ਨੇ ਯੂਟੀ ਟੈਕਸ ਸੈਕਟਰੀਏਟ, ਤੇ ਉਹਨਾਂ ਨੇ ਸਾਡੇ ਨੇ ਉੱਥੇ ਮੀਟਿੰਗ ਵੀ ਕਰਾਈ ਸੀ। ਉਹਦੇ 'ਚ ਇੱਕ ਵਾਈਟ ਕੰਪਨੀ ਦੀ ਐਪ ਆਈ ਸੀ, ਉਹਨਾਂ ਸਾਨੂੰ ਮੀਟਿੰਗ ਕੀਤੀ ਕਿ ਅਸੀਂ ਪੈਸੇ ਲਾਵਾਂਗੇ। ਉਹਦੇ 'ਚ ਇੱਕ ਬਿਲਕੁਲ ਇੱਕ ਛੋਟੀ ਜਿਹੀ ਮਿਨੀਮਮ ਅਮਾਊਂਟ ਹੋਊਗੀ ਵੀ ਜੀ 300 ਰੁਪਏ ਮਹੀਨਾ ਤੁਹਾਨੂੰ ਦੇਣਾ ਪਏਗਾ। ਕੋਈ ਕਮਿਸ਼ਨ ਨਹੀਂ ਕੱਟਾਂਗੇ, ਕੁਝ ਨਹੀਂ ਕਰਾਂਗੇ, ਬਸ 300 ਰੁਪਏ ਮਹੀਨਾ ਦੇਣਾ ਤੁਸੀਂ। ਦੇਖੋ ਜੀ, ਕਈ ਜਿਹੜੀਆਂ ਪਹਿਲਾਂ ਐਪਾਂ ਆਈਆਂ ਨੇ, ਚਾਹੇ ਇਨ ਡਰਾਈਵਰ ਹੈ ਜਾਂ ਕੋਈ ਵੀ ਹੈ, ਕਿਸੇ ਨੇ ਕਹਿਤਾ 40,000 ਰੁਪਏ ਮਹੀਨਾ ਦੇਵਾਂਗੇ ਫ੍ਰੀ 'ਚ, ਤੁਸੀਂ ਜੁੜ ਜਾਓ, ਕਿਉਂਕਿ ਰਾਈਡ ਤਾਂ ਵੱਜਣੀ ਨਹੀਂ ਨਵੀਂ ਐਪ ਤੇ। ਕਿਸੇ ਨੇ ਕਹਿਤਾ ਤੁਹਾਨੂੰ ਕਮਿਸ਼ਨ ਅਸੀਂ ਜ਼ੀਰੋ ਲਵਾਂਗੇ, ਤੁਸੀਂ ਜੁੜ ਜਾਓ। ਅਸੀਂ ਭੋਲੇ ਭਾਲੇ ਡਰਾਈਵਰ ਜਿਹੜੇ ਆ ਨੇ ਜੀ, ਉਸ ਜਾਲ ਦੇ ਵਿੱਚ ਫਸ ਗਏ, ਔਰ ਅਸੀਂ ਉਹਨਾਂ ਨੇ ਗੱਡੀਆਂ ਅਟੈਚ ਕਰ ਲਈਆਂ। ਉਸੇ 0% ਕਮਿਸ਼ਨ ਨੇ ਅੱਜ 20% ਕਮਿਸ਼ਨ ਲੈਣਾ ਸ਼ੁਰੂ ਕਰਤਾ, ਔਰ ਉਸੇ ਨੇ ਜਿਹੜੇ ਨੇ ਸਾਨੂੰ 20 ਰੁਪਏ ਕਿਲੋਮੀਟਰ ਦਿੰਦੀ ਸੀ, ਉਸੇ ਨੇ ਅੱਜ 6 ਰੁਪਏ ਕਿਲੋਮੀਟਰ ਦੇਣਾ ਸ਼ੁਰੂ ਕਰਤਾ। ਵੀ ਅਸੀਂ ਉਸ ਚੱਕਰ 'ਚ ਫਸ ਜਾਂਦੇ ਹਾਂ ਜੀ, ਪਰ ਉਹ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਇਹਦਾ ਯਾਰ ਅਸੀਂ ਆਪਦਾ ਹੀ ਨੁਕਸਾਨ ਕਰ ਲਿਆ। ਹੁਣ ਅਸੀਂ ਬੰਦ ਕਰਨਾ ਚਾਹੁੰਦੇ ਤਾਂ ਵੀ ਬੰਦ ਨਹੀਂ ਕਰ ਪਾ ਰਹੇ। ਹੁਣ 15 ਨੂੰ ਤੁਹਾਡੀ ਜਿਹੜਾ ਹੈਗਾ ਆ ਉਸ ਤੋਂ ਬਾਅਦ ਖੋਲ ਦੇਣਾ ਹੈ ਨਾ? ਚੱਕਾ ਜਾਮ 15 ਤੱਕ ਹੈ ਜੀ। ਪ੍ਰਸ਼ਾਸਨ ਦਾ ਅਧਿਕਾਰੀ ਆਂਦਾ ਹੈ, ਕੋਈ ਰਿਟਰਨ 'ਚ ਸਾਨੂੰ ਦਿੰਦੇ ਨੇ ਤੇ ਅਸੀਂ ਚੱਕਾ ਰੋਕ ਦਿੰਦੇ ਨੇ। ਜੇ ਉਹ ਆ ਕੇ ਸਾਨੂੰ ਕਹਿੰਦੇ ਨੇ 2-4 ਦਿਨ ਦਾ ਟਾਈਮ ਚਾਹੀਦਾ ਹੈ, ਅਸੀਂ ਇਹਦੇ ਤੇ ਵਰਕ ਕਰਾਂਗੇ, ਤਾਂ ਭੁੱਖ ਹੜਤਾਲ ਅਸੀਂ ਕੰਟੀਨਿਊ ਰਹਾਂਗੇ। ਅਸੀਂ ਪਰਮਿਸ਼ਨ ਵੀ ਮੰਗਦੇ ਹਾਂ ਪ੍ਰਸ਼ਾਸਨ ਤੋਂ ਕਿ ਸਾਨੂੰ 5-10 ਬੰਦਿਆਂ ਨੂੰ ਇੱਥੇ ਬੈਠਣ ਦਿਓ, ਬਾਕੀ ਅਸੀਂ ਰੋਡ ਚਲਾ ਦਾਂਗੇ, ਪਰ ਲਿਖਤੀ ਰੂਪ 'ਚ, ਵਰਬਲੀ ਨਹੀਂ, ਵਰਡਸ ਦੇ ਵਿੱਚ ਨਹੀਂ ਵਿਸ਼ਵਾਸ ਹੋ ਸਕਦਾ। ਕਿਉਂਕਿ ਉਹ ਵਰਡਸ ਦੇ ਵਿੱਚ ਬਾਅਦ ਚੋਂ ਵੀ ਹੁਣ ਇਹ ਗੱਲ ਹੈ, ਕੱਲ੍ਹ ਅਸੀਂ ਮਿਲ ਕੇ ਵੀ ਆਏ ਹਾਂ, ਮੈਮੋਰੰਡਮ ਦੇ ਕੇ ਵੀ ਆਏ ਹਾਂ, ਤੇ ਉਹ ਹੁਣ ਕਹਿ ਰਹੇ ਸਾਨੂੰ ਤਾਂ ਕੁਝ ਦਿੱਤਾ ਹੀ ਨਹੀਂ ਤੁਸੀਂ, ਅਸੀਂ ਤੁਹਾਨੂੰ ਕਾਹਦੀ ਪਰਮਿਸ਼ਨ ਦੇ ਦਈਏ। ਔਰ EDC ਸਾਹਿਬ ਨੂੰ ਮਿਲ ਕੇ ਆਏ ਹਾਂ, ਆਪਣੇ DSP ਸਾਹਿਬ ਨੂੰ ਮਿਲ ਕੇ ਆਏ ਹੈ, ਠੀਕ ਹੈ ਜੀ। SP ਟ੍ਰੈਫਿਕ ਨੂੰ ਨਹੀਂ ਜੀ, ਗੁਰਮੁਖ ਸਿੰਘ ਜਿਹੜੇ ਹੈਗੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ CID ਦੇ DSP ਸਾਹਿਬ ਰਾਮ ਗੋਪਾਲ ਜੀ, ਉਹਨਾਂ ਨੂੰ ਵੀ ਮਿਲ ਕੇ ਆਏ ਜੀ, SSP ਸਾਹਿਬ ਨੂੰ ਮਿਲ ਕੇ ਆਏ ਹੈ ਜੀ, STA ਸਾਹਿਬ ਨੂੰ ਵੀ ਮਿਲ ਕੇ ਆਏ ਹੈ ਜੀ। ਫਿਰ ਕਿੱਥੇ ਕਿੱਥੇ ਜਾਈਏ ਦੱਸੋ ਤੁਸੀਂ? ਸਾਡੀਆਂ ਤਾਂ ਜੀ ਦੇਖੋ ਜੀ, ਪ੍ਰਸ਼ਾਸਨ ਦੇ ਛੋਟੇ ਮੋਟੇ ਜਿਹੜੇ ਵੀ, ਅਸੀਂ ਵੱਡੇ ਮੇਨ ਅਧਿਕਾਰੀ ਦੀ ਗੱਲ ਨਹੀਂ ਕਰ ਰਹੇ, ਚਲੋ STA ਸਾਹਿਬ ਦੀ, ਬਾਕੀ ਅਧਿਕਾਰੀ ਤਾਂ ਕੋਈ ਆ ਸਕਦੇ ਆ ਜੀ। ਸਾਡੀ ਜਿਹੜੀ ਅਸੀਂ ਉਹਨਾਂ ਨੂੰ ਰੈਵਨਿਊ ਕਮਾ ਕੇ ਦਿੰਦੇ 85% ਜਿਹੜਾ ਰੈਵਨਿਊ ਆ ਸਾਡਾ, ਉਹਨਾਂ ਨੂੰ ਸੈਲਰੀਆਂ ਮਿਲਦੀਆਂ ਕਿ ਸਾਡਾ ਉਹਨਾਂ ਨੂੰ ਕੋਈ ਵੀ ਉਹਨਾਂ ਦਾ ਮਤਲਬ ਫਰਜ਼ ਨਹੀਂ ਬਣਦਾ ਕਿ ਸਾਨੂੰ ਆ ਕੇ ਪੁੱਛਣ ਵੀ ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ ਜਾਂ ਯਾਰ ਤੁਹਾਡੀਆਂ ਮੰਗਾਂ ਅਸੀਂ ਤੁਹਾਡੀਆਂ ਜਾਇਜ਼ ਨੇ। ਔਰ ਉਹ ਸਾਡੇ ਜਦੋਂ ਕਮਰੇ 'ਚ ਬੈਠ ਕੇ ਗੱਲ ਕਰਦੇ ਨਾ ਜੀ, ਸਾਨੂੰ ਵਾਈਟ ਕੱਪਾਂ 'ਚ ਚਾਹ ਪਿਆ ਕੇ ਤੋਰ ਦਿੰਦੇ ਆ, ਔਰ ਕਹਿੰਦੇ ਜ਼ਰੂਰ ਹੈ ਕਿ ਤੁਸੀਂ ਰਾਈਟ ਉਹ ਕਰਦੇ ਆ, ਪਰ ਰਾਈਟ ਕਹਿ ਕੇ ਕਰਨ ਦੀ ਡੇਟ ਨਹੀਂ ਪਤਾ ਲੱਗ ਰਹੀ ਉਹ ਕਦੋਂ ਕਰਨਗੇ। ਅੱਛੇ ਸੁਲਝੇ ਹੋਏ IAS ਆਫੀਸਰ ਸਾਡੇ ਮੁਹੱਲੀ ਵੀ, ਪੰਚਕੂਲਾ ਵੀ ਔਰ ਚੰਡੀਗੜ੍ਹ ਦੇ ਵਿੱਚ ਹੈਗੇ ਨੇ, ਉਹ ਸਾਡੇ ਲਈ ਕੁਝ ਕਰਨਾ ਚਾਹੁੰਦੇ ਨੇ, ਪਰ ਉਹਨਾਂ ਤੇ ਕੀ ਦਬਾਅ ਆ ਰਿਹਾ, ਕੀ ਸਰਕਾਰਾਂ ਦਬਾਅ ਪਾ ਰਹੀਆਂ ਨੇ, ਇਹ ਸਾਨੂੰ ਨਹੀਂ ਸਮਝ ਆ ਰਿਹਾ ਜੀ। ਤਾਂ ਬਿਲਕੁਲ ਇੱਥੇ ਧਰਨ ਲੱਗਿਆ ਹੋਇਆ। ਕੈਮਰਾ ਪਰਸਨ ਜਸਪ੍ਰੀਤ ਸਿੰਘ ਦੇ ਨਾਲ ਰਾਹੁਲ ਕਾਲਾ, ਦਾ ਖਾਲਸ TV, ਚੰਡੀਗੜ੍ਹ।